ਤਰ੍ਹਾਂ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਹਾਲੇ ਕਰੋਨਾ ਹੈ, ਹਾਲੇ ਠਹਿਰ ਕੇ ਬੁਲਾਵਾਂਗੇ, ਉਸ ਤੋਂ ਬਾਅਦ ਅਲਟੀਮੇਟਮ ਦਿੱਤਾ, ਉਹਦਾ ਅਸਰ ਹੋਇਆ। ਹਾਂ ਬਿਲਕੁਲ, ਅਸੀਂ ਤਾਂ ਕਰੋਨਾ ਤਾਂ ਅਸੀਂ ਕਈ ਵਾਰੀ ਚੀਫ ਮਿਨਿਸਟਰ ਨੂੰ ਕਹੇ ਵੀ ਪਿੰਡਾਂ ਵਾਲਿਆਂ ਨੇ ਤਾਂ ਕਰੋਨਾ ਪਹਿਲਾਂ ਹੀ ਤੁਹਾਡਾ ਭਜਾ ਦਿੱਤਾ। ਐਮਐਸਪੀ ਕਿਹਾ ਜਾ ਰਿਹਾ ਕਿ ਝੋਨੇ ਅਤੇ ਕਣਕ ਤੇ ਜੇ ਕੋਈ ਘੱਟ ਤੇ ਖਰੀਦ ਕਰੂਗਾ ਤਾਂ ਅਪਰਾਧਿਕ ਮਾਮਲਾ ਦਰਜ ਹੋਊ ਤੇ ਉਹਨੂੰ ਸਜ਼ਾ ਵੀ ਹੋ ਸਕਦੀ ਹੈ, ਇਹਨੂੰ ਕਿਵੇਂ ਦੇਖਦੇ? ਠੀਕ ਹੈ, ਕਿਉਂਕਿ ਬਹੁਤ ਵੱਡਾ ਖਤਰਾ ਖੜਾ ਹੋ ਗਿਆ ਸੀ ਜਿਸ ਤਰ੍ਹਾਂ ਦਾ ਮੋਦੀ ਸਰਕਾਰ ਨੇ ਜਿਹੜੇ 3 ਨਵੇਂ ਕਾਨੂੰਨ ਲਿਆਂਦੇ ਸੀ। ਉਹਨਾਂ ਨੇ ਪੈਰਲਲ 2 ਮੰਡੀਆਂ ਬਣਾ ਕੇ ਕਰ ਇਹ ਦਿੱਤਾ ਸੀਗਾ ਵੀ ਇੱਕ ਤਾਂ ਟੈਕਸ ਫਰੀ ਮੰਡੀ ਹੈ, ਇੱਕ ਮੰਡੀ ਵਿੱਚ 8.5% ਟੈਕਸਿਸ ਨੇ, ਤੇ ਇੱਕ ਮੰਡੀ ਵਿੱਚ ਕਿਸੇ ਲਾਇਸੈਂਸ ਦੀ ਲੋੜ ਨਹੀਂ, ਜੋ ਮਰਜ਼ੀ ਆ ਕੇ ਕੋਈ ਨੇਰ ਪਾਈ ਜੇ ਅਨਰੈਗੂਲੇਟਡ ਮੰਡੀ ਸੀ। ਇੱਕ ਮੰਡੀ ਵਿੱਚ ਕਿਸੇ ਕਾਨੂੰਨ ਦੇ ਦਾਇਰੇ 'ਚ PMC ਐਕਟ ਦੇ ਤਹਿਤ ਮੰਡੀ ਕੰਮ ਕਰਦੀ ਸੀ। ਇਹ ਜਿਹੜਾ ਹਜੇ ਤਾਂ ਸ਼ੁਰੂਆਤ ਹੈ, ਹਾਲੇ ਤਾਂ ਮਤਲਬ ਬਿੱਲ ਨੇ ਕਾਨੂੰਨ ਬਣਨਾ, ਤੁਹਾਨੂੰ ਲੱਗਦਾ ਹੈ ਕਿ ਗਵਰਨਰ ਸਾਹਿਬ ਉਸ ਤੋਂ ਬਾਅਦ ਰਾਸ਼ਟਰਪਤੀ ਸਾਹਿਬ ਉਹਦੇ ਸਹੀ ਪਾਉਣਗੇ ਨਹੀਂ ਪਾਉਣਗੇ, ਇਹ ਉਹਨਾਂ ਦੀ ਮਰਜ਼ੀ ਹੋਊ? ਦੇਖੋ ਜੀ, ਅਸਲ ਵਿੱਚ ਗੱਲ ਇਹ ਹੈ ਵੀ ਸਾਡਾ ਜਿਹੜਾ ਮੰਤਵ ਸੀ ਵੀ ਇੱਕ ਪ੍ਰੈਸ਼ਰ ਕ੍ਰੀਏਟ ਹੋਵੇ, ਉਹ ਪ੍ਰੈਸ਼ਰ ਕ੍ਰੀਏਟ ਹੋ ਗਿਆ। ਢੋਲ ਵਜਾ ਕੇ ਜਿਹੜਾ ਇਹ ਵੈਲਕਮ ਕੀਤਾ ਜਾ ਰਿਹਾ, ਹਾਲੇ ਲੱਗਦਾ ਕਿ ਬਹੁਤ ਵੱਡੀ ਜਿੱਤ ਮਿਲ ਗਈ ਹੈ, ਹਾਲੇ ਤਾਂ ਸ਼ੁਰੂਆਤ ਨਹੀਂ ਲੱਗਦੀ ਤੁਹਾਨੂੰ? ਨਹੀਂ, ਹਾਲੇ ਐਡਾ ਢੋਲ ਵਜਾਉਣ ਵਾਲੀ ਗੱਲ ਹੈ ਨਹੀਂ। ਉਹ ਤਾਂ ਕਿਉਂਕਿ ਪੋਲੀਟੀਕਲ ਮਾਈਲੇਜ ਲੈਣੇ ਪੋਲੀਟੀਸ਼ੀਅਨ ਕਰਦੇ ਹੀ ਇਹੀ ਹੁੰਦਾ। ਬਹੁਤੇ ਨੂੰ ਤਾਂ ਬਿੱਲ ਤਾਂ ਪਾਸ ਕਰਤੇ, ਬਹੁਤੇ ਨੂੰ ਤਾਂ ਇਹ ਵੀ ਨਹੀਂ ਪਤਾ ਹੁਣ ਉਹਨਾਂ ਦੇ ਵਿੱਚ ਕੀ ਹੈ। ਦੋ ਹੀ ਗੱਲਾਂ ਨੇ, ਜੇ ਤਾਂ ਉਹ ਗਵਰਨਰ ਹੋਇਆ BJP ਦਾ ਫਿਰ ਤਾਂ ਉਹ ਨਹੀਂ ਕਰਦਾ ਦਸਤਖਤ, ਜੇ ਹੋਇਆ ਲੋਕਾਂ ਦਾ ਫਿਰ ਜਦੋਂ ਸਾਰਾ ਪੰਜਾਬ ਚਲਾ ਗਿਆ 115 MLA ਚਲੇ ਗਏ ਤੇ ਹੀ ਵਿਲ ਹੈਵ ਟੂ ਸਾਈਨ। ਇਸ ਵੇਲੇ 65,000 ਕਰੋੜ ਦੀ ਕਣਕ ਤੇ ਝੋਨਾ, ਅਗਲੇ ਸਾਲ ਇਹ ਹੋਰ ਵੱਧ ਜਾਣੀ, ਇਹਦੀ ਕਾਸਟ ਫਿਰ 75,000 ਕਰੋੜ ਦੀ। ਕਿੱਥੋਂ ਲਿਆਉਣਾ 75,000 ਕਰੋੜ ਰੁਪਈਆ? ਇਹ ਤਾਂ ਭਾਰਤ ਸਰਕਾਰ ਤੋਂ ਬਿਨਾਂ ਖਰੀਦ ਕੋਈ ਕਰ ਨਹੀਂ ਸਕਦਾ। ਉਹ ਕਹਿੰਦੇ ਨੇ ਵੀ MSP ਰਹੂ, ਅਸੀਂ ਕਿਹਾ ਹਾਂ ਰਹੂ, ਸਾਨੂੰ ਪਤਾ ਰਹੂਗੀ, ਪਰ ਜੇ ਖਰੀਦ ਨਹੀਂ ਕਰਨੀ MSP ਦਾ ਕੀ ਮਤਲਬ ਹੈ? ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਰਣਬੀਰ ਸਿੰਘ ਰਾਣਾ। ਅੱਜ ਪੰਜਾਬ ਵਿਧਾਨ ਸਭਾ ਦੇ ਵਿੱਚ ਵਿਸ਼ੇਸ਼ ਇਜਲਾਸ ਬੁਲਾ ਕੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਨਵੇਂ ਬਿੱਲ ਲਿਆਂਦੇ ਗਏ। ਉਸ ਤੋਂ ਬਾਅਦ ਗਵਰਨਰ ਨਾਲ ਮੁਲਾਕਾਤ ਕੀਤੀ ਗਈ ਹੈ ਤੇ ਬਿੱਲਾਂ ਦੀ ਕਾਪੀ ਗਵਰਨਰ ਸਾਹਿਬ ਨੂੰ ਸੌਂਪੀ ਗਈ ਹੈ। ਪਿਛਲੇ ਕਈ ਦਿਨਾਂ ਤੋਂ ਕਿਸਾਨ ਜਥੇਬੰਦੀਆਂ ਦੇ ਵੱਲੋਂ ਇਹ ਦਬਾਅ ਪਾਇਆ ਜਾ ਰਿਹਾ ਸੀਗਾ ਕਿ ਵਿਸ਼ੇਸ਼ ਸੈਸ਼ਨ ਬੁਲਾਇਆ ਜਾਵੇ ਅਤੇ ਇਹ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਨਵੇਂ ਬਿੱਲ ਬਣਾਏ ਜਾਣ, ਨਵੇਂ ਕਾਨੂੰਨ ਬਣਾਏ ਜਾਣ। ਤੇ ਇਸ ਵੇਲੇ ਸਾਡੇ ਨਾਲ ਬਲਬੀਰ ਸਿੰਘ ਰਾਜੇਵਾਲ, ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਮੌਜੂਦ ਨੇ। ਰਾਜੇਵਾਲ ਸਾਹਿਬ, ਫਸਟ ਰਿਐਕਸ਼ਨ ਕੀ ਹੈ ਜਿਹੜੇ ਅੱਜ ਵਿਧਾਨ ਸਭਾ ਦੇ ਵਿੱਚ ਬਿੱਲ ਲਿਆਂਦੇ ਗਏ ਨੇ? ਖਾਸ ਕਰਕੇ ਇਹ ਕਿਸਾਨ ਅੰਦੋਲਨ ਦਾ ਅਸਰ ਹੈ ਜਿਹੜਾ ਲੰਬੇ ਸਮੇਂ ਤੋਂ ਚੱਲ ਰਿਹਾ। ਉਹਦੇ ਦਬਾਅ ਹੇਠ ਸਰਕਾਰ ਬੁਲਾਉਣਾ ਪਿਆ ਵਿਧਾਨ ਸਭਾ ਦਾ ਅਜਲਾਸ, ਔਰ ਉਹਦੇ ਦਬਾਅ ਹੇਠ ਬਣੇ ਨੇ, ਨਹੀਂ ਕਿਸੇ ਨੇ ਪੁੱਛਣਾ ਤੱਕ ਨਹੀਂ ਸੀ। ਜਿਸ ਤਰ੍ਹਾਂ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਹਾਲੇ ਕਰੋਨਾ ਹੈ, ਹਾਲੇ ਠਹਿਰ ਕੇ ਬੁਲਾਵਾਂਗੇ, ਉਸ ਤੋਂ ਬਾਅਦ ਅਲਟੀਮੇਟਮ ਦਿੱਤਾ, ਉਹਦਾ ਅਸਰ ਹੋਇਆ? ਹਾਂ ਬਿਲਕੁਲ, ਅਸੀਂ ਤਾਂ ਕਰੋਨਾ ਤਾਂ ਅਸੀਂ ਕਈ ਵਾਰੀ ਚੀਫ ਮਿਨਿਸਟਰ ਨੂੰ ਕਹੇ ਵੀ ਪਿੰਡਾਂ ਵਾਲਿਆਂ ਨੇ ਤਾਂ ਕਰੋਨਾ ਪਹਿਲਾਂ ਹੀ ਤੁਹਾਡਾ ਭਜਾ ਦਿੱਤਾ। ਪਿੰਡਾਂ 'ਚ ਕਰੋਨਾ ਹੈ ਹੀ ਨਹੀਂ, ਇਸ ਕਰਕੇ ਸਾਨੂੰ ਕਰੋਨਾ ਦੀ ਪਰਵਾਹ ਨਹੀਂ। ਇਨਫੈਕਟ ਕੀ ਹੈ ਵੀ ਲੋਕ ਇਹ ਆਮ ਕਹਿਣ ਲੱਗ ਪਏ ਵੀ ਜੇ ਬਿਲਕੁਲ ਇਹ ਤਬਾਹ ਹੋ ਜਾਣਾ ਸਭ ਕੁਝ, ਉਹਦੇ ਨਾਲ ਤਬਾਹੀ ਨਾਲ ਮਰਨਾ, ਉਹਦੇ ਨਾਲ ਕਰੋਨਾ ਨੂੰ ਉਡੀਕ ਕੇ ਤਬਾਹੀ ਨਾਲ ਮਰਨਾ ਜਿਹੜਾ ਉਹ ਜ਼ਿਆਦਾ ਮਾੜਾ ਹੈ। ਠੀਕ ਹੈ, ਸਵਾਲ ਇਹ ਹੈ ਕਿ ਅੱਜ ਜਿਹੜੇ 4 ਬਿੱਲ ਲਿਆਂਦੇ ਨੇ, 3 ਤਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਬਾਰੇ ਜਾਂ ਉਹਨਾਂ ਨੂੰ ਬੇਅਸਰ ਕਰਨ ਬਾਰੇ ਨੇ। ਇੱਕ ਕਿਹੜਾ ਕੁਰਕੀ ਵਾਲਾ ਹੈਗਾ ਕਿ 2.5 ਏਕੜ ਤੋਂ ਘੱਟ। ਪਹਿਲਾਂ ਤਿੰਨਾਂ ਦੀ ਗੱਲ ਕਰਦੇ ਹਾਂ ਕਿ MSP ਕਿਹਾ ਜਾ ਰਿਹਾ ਕਿ ਝੋਨੇ ਅਤੇ ਕਣਕ ਤੇ ਜੇ ਕੋਈ ਘੱਟ ਤੇ ਖਰੀਦ ਕਰੂਗਾ ਤਾਂ ਅਪਰਾਧਿਕ ਮਾਮਲਾ ਦਰਜ ਹੋਊ ਤੇ ਉਹਨੂੰ ਸਜ਼ਾ ਵੀ ਹੋ ਸਕਦੀ ਹੈ, ਇਹਨੂੰ ਕਿਵੇਂ ਦੇਖਦੇ? ਠੀਕ ਹੈ, ਕਿਉਂਕਿ ਬਹੁਤ ਵੱਡਾ ਖਤਰਾ ਖੜਾ ਹੋ ਗਿਆ ਸੀ ਜਿਸ ਤਰ੍ਹਾਂ ਦਾ ਮੋਦੀ ਸਰਕਾਰ ਨੇ ਜਿਹੜੇ 3 ਨਵੇਂ ਕਾਨੂੰਨ ਲਿਆਂਦੇ ਸੀ। ਉਹਨਾਂ ਨੇ ਪੈਰਲਲ 2 ਮੰਡੀਆਂ ਬਣਾ ਕੇ ਕਰ ਇਹ ਦਿੱਤਾ ਸੀਗਾ ਵੀ ਇੱਕ ਤਾਂ ਟੈਕਸ ਫਰੀ ਮੰਡੀ ਹੈ, ਇੱਕ ਮੰਡੀ ਵਿੱਚ 8.5% ਟੈਕਸਿਸ ਨੇ, ਤੇ ਇੱਕ ਮੰਡੀ ਵਿੱਚ ਕਿਸੇ ਲਾਇਸੈਂਸ ਦੀ ਲੋੜ ਨਹੀਂ, ਜੋ ਮਰਜ਼ੀ ਆ ਕੇ ਕੋਈ ਨੇਰ ਪਾਈ ਜੇ ਅਨਰੈਗੂਲੇਟਡ ਮੰਡੀ ਸੀ। ਇੱਕ ਮੰਡੀ ਵਿੱਚ ਕਿਸੇ ਕਾਨੂੰਨ ਦੇ ਦਾਇਰੇ 'ਚ PMC ਐਕਟ ਦੇ ਤਹਿਤ ਮੰਡੀ ਕੰਮ ਕਰਦੀ ਸੀ। ਤੁਸੀਂ ਸਵਾਗਤ ਕਰਦੇ ਹੋ ਅੱਜ ਕੈਪਟਨ ਸਰਕਾਰ ਦੇ ਇਸ ਜੋ ਲਿਆਂਦੇ ਗਏ ਵਿਧਾਨ ਸਭਾ ਦੇ ਵਿੱਚ ਜੋ ਕੁਝ ਹੋਇਆ? ਨਹੀਂ, ਹਾਲੇ ਤਾਂ ਕੱਲ ਨੂੰ ਵਿਚਾਰ ਕਰਾਂਗੇ ਪੂਰਾ ਇਹਨੂੰ ਘੋਖ ਕੇ। ਕੱਲ ਨੂੰ ਸਾਡੀ ਮੀਟਿੰਗ ਆ, ਉਹਦੇ ਵਿੱਚ ਵਿਚਾਰ ਕਰਕੇ ਉਹਦੇ ਬਾਅਦ ਅਸੀਂ ਤੁਹਾਡੀਆਂ ਮੰਗਾਂ ਤੁਸੀਂ ਰੱਖੀਆਂ ਹੋਣੀਆਂ, ਮੀਟਿੰਗ ਹੋਈ, ਉਹ ਵਿੱਚ ਪੂਰਤੀ ਹੋਈ ਹੈ ਉਹਨਾਂ ਦੀ? ਹਾਂ, ਅਸੀਂ ਇਹਨਾਂ ਨੂੰ ਕਿਹਾ ਸੀਗਾ ਵੀ ਤਿੰਨੇ ਜਿਹੜੇ ਕਾਨੂੰਨ ਬਣਾਏ ਨੇ ਭਾਰਤ ਸਰਕਾਰ ਨੇ, ਉਹਨਾਂ ਨੂੰ ਤਿੰਨਾਂ ਨੂੰ ਸੈਸ਼ਨ ਬੁਲਾ ਕੇ ਰਿਜੈਕਟ ਕਰੋ, ਕਿਉਂਕਿ ਐਗਰੀਕਲਚਰ ਸਟੇਟ ਸਬਜੈਕਟ ਹੈ, ਟ੍ਰੇਡ ਵਿਦਿਨ ਸਟੇਟ ਇਹ ਵੀ ਸਟੇਟ ਸਬਜੈਕਟ ਹੈ, ਤੇ ਜਿਹੜਾ ਕੰਕਰੈਂਟ ਲਿਸਟ ਵਿੱਚ ਉਹਨਾਂ ਨੇ ਲਿਆ ਟ੍ਰੇਡ ਐਂਡ ਕਾਮਰਸ, ਇਨਫੈਕਟ ਇਹਨਾਂ ਨੇ ਬਣਾਇਆ ਹੀ ਟ੍ਰੇਡ ਵਾਸਤੇ, ਕਾਨੂੰਨ ਕਿਸਾਨਾਂ ਵਾਸਤੇ ਬਣਾਏ, ਉਹ ਝੂਠ ਬੋਲਦੇ ਨੇ। ਇਹ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਵੀ ਇਹ ਤੇ ਕਲੀਅਰ ਕਰ ਚੁੱਕੇ ਨੇ ਕਿ ਇਹ ਜਿਹੜਾ ਅਸੀਂ ਐਗਰੀਕਲਚਰ ਲਈ ਨਹੀਂ, ਅਸੀਂ ਵਪਾਰ ਲਈ ਬਣਾਏ ਨੇ, ਟ੍ਰੇਡ ਲਈ ਬਣਾਏ ਨੇ, ਖੇਤੀ ਦੇ ਲਈ ਨਹੀਂ ਬਣਾਏ, ਇਸ ਕਰਕੇ ਸਾਡੇ ਅੰਡਰ ਹੀ ਆਉਂਦੇ ਨੇ। ਜਿਹੜੀ ਗੱਲ ਆਪਾਂ ਕਰ ਰਹੇ ਹਾਂ ਕਿ ਸਟੇਟ ਸਬਜੈਕਟ ਤੇ ਕੰਕਰੈਂਟ ਲਿਸਟ ਦੀ ਗੱਲ ਕਰਦੇ ਹਾਂ, ਫਿਰ ਜਦੋਂ ਕਹਿੰਦੇ ਨੇ ਵੀ ਕਿਸਾਨਾਂ ਨੂੰ ਇਹਦਾ ਲਾਭ ਹੋਊ, ਕਿਸਾਨ ਟ੍ਰੇਡਰ ਤਾਂ ਹੈ ਨਹੀਂ, ਉਹ ਤਾਂ
ਆਪਣੀ ਫਸਲ ਨੂੰ ਮਾਰਕੀਟ ਕਰਦਾ ਹੈ, ਮਾਰਕੀਟਿੰਗ ਟ੍ਰੇਡਿੰਗ ਨਹੀਂ ਹੁੰਦੀ। ਤਾਂ ਇਸ ਕਰਕੇ ਉਹ ਝੂਠ ਬੋਲਦੇ ਨੇ, ਉਹ ਤਾਂ ਹਰ ਗੱਲ ਤੇ ਪੈਰ ਪੈਰ ਤੇ ਲੋਕਾਂ ਨੂੰ ਗੁੰਮਰਾਹ ਕਰਨ ਲੱਗੇ ਹੋਏ ਨੇ। ਅੱਛਾ, ਇੱਕ ਸਵਾਲ ਇਹ ਹੈ ਕਿ ਹਾਲੇ ਇਸ ਜਿਹੜਾ ਬਿੱਲ ਅੱਜ ਗਵਰਨਰ ਸਾਹਿਬ ਨਾਲ ਮੁਲਾਕਾਤ ਹੋ ਲਈ, ਉਹਨੂੰ ਕਾਪੀ ਦੇ ਦਿੱਤੀ ਹੈ, ਉਹਦੇ ਤੇ ਜੇ ਸਹੀ ਪਾਉਣਗੇ ਤਾਂ ਕਾਨੂੰਨ ਬਣਨਗੇ, ਫਿਰ ਰਾਸ਼ਟਰਪਤੀ ਸਾਹਿਬ ਕੋਲ ਜਾਊਗਾ। ਪਰ ਇਹ ਜਿਹੜਾ ਹਜੇ ਤਾਂ ਸ਼ੁਰੂਆਤ ਹੈ, ਹਾਲੇ ਤਾਂ ਮਤਲਬ ਬਿੱਲ ਨੇ ਕਾਨੂੰਨ ਬਣਨਾ, ਤੁਹਾਨੂੰ ਲੱਗਦਾ ਕਿ ਗਵਰਨਰ ਸਾਹਿਬ ਉਹ ਤੋਂ ਬਾਅਦ ਰਾਸ਼ਟਰਪਤੀ ਸਾਹਿਬ ਉਹਦੇ ਸਹੀ ਪਾਉਣਗੇ ਨਹੀਂ ਪਾਉਣਗੇ, ਇਹ ਉਹਨਾਂ ਦੀ ਮਰਜ਼ੀ ਹੋਊਗੀ? ਦੇਖੋ ਜੀ, ਅਸਲ ਵਿੱਚ ਗੱਲ ਇਹ ਹੈ ਵੀ ਸਾਡਾ ਜਿਹੜਾ ਮੰਤਵ ਸੀ ਵੀ ਇੱਕ ਪ੍ਰੈਸ਼ਰ ਕ੍ਰੀਏਟ ਹੋਵੇ, ਉਹ ਪ੍ਰੈਸ਼ਰ ਕ੍ਰੀਏਟ ਹੋ ਗਿਆ। ਔਰ ਇਦੋਂ ਵੱਡੀ ਗੱਲ ਕੀ ਹੋਊਗੀ ਵੀ 115 ਦੇ 115 ਐਮਐਲਏ 2 ਬੀਜੇਪੀ ਵਾਲਿਆਂ ਨੂੰ ਛੱਡ ਕੇ ਸਾਰੇ ਦੇ ਸਾਰੇ ਗਵਰਨਰ ਦੇ ਕੋਲ ਜਾ ਕੇ ਹਾਜ਼ਰ ਹੋਏ, ਔਰ ਉਹਨਾਂ ਨੇ 2 ਔਰ 4 ਨਵੰਬਰ ਦੇ ਦਰਮਿਆਨ ਰਾਸ਼ਟਰਪਤੀ ਤੋਂ ਵੀ 115 ਨਹੀਂ ਸਮਾਂ ਮੰਗਿਆ। ਤਾਂ ਇਹਦਾ ਮਤਲਬ ਹੈ ਵੀ ਸਾਰਾ ਪੰਜਾਬ ਸਮਾਂ ਮੰਗ ਰਿਹਾ। ਤੋ ਇਹ ਜਿਹੜੀ ਇਹ ਅੰਦੋਲਨ ਸਾਡਾ ਚੱਲ ਰਿਹਾ ਉਹਦਾ ਸਿੱਟਾ ਹੈ, ਔਰ ਅਸੀਂ ਬੜੇ ਸਪਸ਼ਟ ਹਾਂ ਵੀ ਇਹ ਤਾਂ ਫਸਟ ਸਟੈਪ ਹੈ ਜਿਹੜਾ ਅਸੀਂ ਕਵਰ ਕਰ ਲਿਆ। ਇਹ ਤੇ ਅੱਗੇ ਅੰਦੋਲਨ ਜਾਰੀ ਰੱਖਣਾ ਪਏਗਾ, ਔਰ ਇਹ ਲੰਬਾ ਜਾਏਗਾ ਅੰਦੋਲਨ। ਹਾਲੇ ਰਾਜੇਵਾਲ ਸਾਹਿਬ, ਅੱਜ ਮੈਂ ਇੱਕ ਵੀਡੀਓ ਦੇਖ ਰਿਹਾ ਫੇਸਬੁੱਕ ਤੇ, ਚਲੋ ਕਾਂਗਰਸ ਦੇ ਵਿਧਾਇਕਾਂ ਨੇ ਜਾਂ ਕਾਂਗਰਸ ਦੇ ਆਗੂਆਂ ਨੇ ਇਸ ਦਾ ਵੈਲਕਮ ਕੀਤਾ, ਪਰ ਢੋਲ ਵਜਾ ਕੇ ਜਿਹੜਾ ਇਹ ਵੈਲਕਮ ਕੀਤਾ ਜਾ ਰਿਹਾ, ਹਾਲੇ ਲੱਗਦਾ ਕਿ ਬਹੁਤ ਵੱਡੀ ਜਿੱਤ ਮਿਲ ਗਈ ਹੈ, ਹਾਲੇ ਤਾਂ ਸ਼ੁਰੂਆਤ ਨਹੀਂ ਲੱਗਦੀ ਤੁਹਾਨੂੰ? ਨਹੀਂ, ਹਾਲੇ ਏਡਾ ਢੋਲ ਵਜਾਉਣ ਵਾਲੀ ਗੱਲ ਹੈ ਨਹੀਂ। ਉਹ ਤਾਂ ਕਿਉਂਕਿ ਪੋਲੀਟੀਕਲ ਮਾਈਲੇਜ ਲੈਣਾ, ਪੋਲੀਟੀਸ਼ੀਅਨ ਕਰਦੇ ਹੀ ਇਹੀ ਹੁੰਦਾ। ਬਹੁਤੇ ਨੂੰ ਤਾਂ ਬਿੱਲ ਤਾਂ ਪਾਸ ਕਰਤੇ, ਬਹੁਤੇ ਨੂੰ ਤਾਂ ਇਹ ਵੀ ਨਹੀਂ ਪਤਾ ਹੁਣ ਉਹਨਾਂ ਦੇ ਵਿੱਚ ਕੀ ਹੈ। ਅੱਛਾ, ਹੁਣ ਵੀ ਇਹ ਕਿਹਾ ਜਾ ਰਿਹਾ ਕਿ ਹੁਣ ਤੋਂ ਬਾਅਦ ਐਮਐਸਪੀ ਜੇ ਕੋਈ ਘੱਟ ਖਰੀਦ ਕਰੂਗਾ ਤਾਂ ਉਹਨੂੰ ਸਜ਼ਾ ਹੋ ਜਾਊਗੀ। ਹਾਲੇ ਤਾਂ ਇੰਪਲੀਮੈਂਟੇਸ਼ਨ ਤਾਂ ਬਹੁਤ ਦੂਰ ਦੀ ਗੱਲ ਹੈ। ਹਾਲੇ ਤਾਂ ਇੱਕ ਉਹਨਾਂ ਨੇ ਬਿੱਲ ਲੈ ਕੇ ਆਂਦਾ ਹੈ ਕਿ ਜੇ ਇਹ ਪ੍ਰਚਾਰ ਨਾ ਕਿ ਅੱਜ ਤੋਂ ਬਾਅਦ ਐਮਐਸਪੀ ਤੇ ਘੱਟ ਕੋਈ ਖਰੀਦ ਨਹੀਂ ਸਕੂਗਾ, ਇਸ ਤਰ੍ਹਾਂ ਤਾਂ ਹਾਲੇ ਨਹੀਂ ਹੈਗਾ। ਨਹੀਂ, ਇੱਦਾਂ ਫਿਲਹਾਲ ਨਹੀਂ। ਇਹ ਤਾਂ ਅੱਜ ਬਿੱਲ ਪਾਸ ਹੋ ਗਿਆ ਔਰ ਗਵਰਨਰ ਨੂੰ ਪੇਸ਼ ਕਰਤਾ, ਉਹ ਦਸਤਖਤ ਕਰਕੇ ਰਾਸ਼ਟਰਪਤੀ ਕੋਲ ਭੇਜੇਗਾ। ਰਾਸ਼ਟਰਪਤੀ ਕੋਲ ਵੀ ਇਹ ਜਾ ਕੇ ਕਹਿੰਦੇ ਨੇ ਅਸੀਂ ਮਿਲਾਂਗੇ, ਤੇ ਜੇ ਰਾਸ਼ਟਰਪਤੀ ਨੂੰ ਜੇ ਠੀਕ ਲੱਗੂਗਾ, ਜਿਹੜਾ ਮੈਨੂੰ ਲੱਗਦਾ ਹੈ ਦੋ ਹੀ ਗੱਲਾਂ ਨੇ, ਜੇ ਤਾਂ ਉਹ ਗਵਰਨਰ ਹੋਇਆ ਬੀਜੇਪੀ ਦਾ ਫਿਰ ਤਾਂ ਉਹ ਨਹੀਂ ਕਰਦਾ ਦਸਤਖਤ, ਜੇ ਹੋਇਆ ਲੋਕਾਂ ਦਾ ਫਿਰ ਜਦੋਂ ਸਾਰਾ ਪੰਜਾਬ ਚਲਾ ਗਿਆ 115 ਐਮਐਲਏ ਚਲੇ ਗਏ, ਹੀ ਵਿਲ ਹੈਵ ਟੂ ਸਾਈਨ। ਫਿਰ ਉਹਨੂੰ ਇਖਲਾਕ ਮੰਗ ਕਰਦਾ ਵੀ ਉਹ ਦਸਤਖਤ ਕਰੇ, ਨਹੀਂ ਫਿਰ ਉਹ ਜਿਹੜਾ ਕਨਸਟੀਟਿਊਸ਼ਨ ਰੈਫਰੈਂਸ ਵਾਸਤੇ ਸੁਪਰੀਮ ਕੋਰਟ ਨੂੰ ਭੇਜ ਦੂਗਾ, ਲਟਕਿਆ ਰਹੂਗਾ। ਪਰ ਸਰਕਾਰ ਤੇ ਇੱਕ ਦਬਾਅ ਜ਼ਰੂਰ ਖੜਾ ਹੋ ਗਿਆ। ਅੱਛਾ, ਹੋਰ ਜਿਹੜੀਆਂ ਸਟੇਟਾਂ ਨੇ ਜਿੱਥੇ ਭਾਜਪਾ ਦੀ ਸਰਕਾਰ ਨਹੀਂ ਹੈਗੀ, ਦਿੱਲੀ ਹੈ, ਰਾਜਸਥਾਨ ਹੈ, ਜਾਂ ਮਹਾਰਾਸ਼ਟਰ ਹੈ, ਜਾਂ ਹੋਰ ਵੀ ਜਿੱਥੇ ਵੈਸਟ ਬੰਗਾਲ ਹੈ, ਲੱਗਦਾ ਕਿ ਉੱਥੇ ਵੀ ਹੁਣ ਇਸ ਤਰ੍ਹਾਂ ਦਾ ਜਿਹੜਾ ਰੈਜ਼ੋਲੂਸ਼ਨ ਹੈ ਬਿੱਲ ਹੈ ਲਿਆਉਣੇ ਚਾਹੀਦੇ? ਦੇਖੋ ਜੀ, ਉਹ ਪਹਿਲੀ ਗੱਲ ਤਾਂ ਇਹ ਆ ਵੀ ਉਹਨਾਂ ਨੂੰ ਇੰਨੀ ਵਧੀਆ ਆਰਗੇਨਾਈਜ਼ਡ ਮੰਡੀ ਬਣਾਉਣੀ ਪਏਗੀ ਜਿੰਨੀ ਪੰਜਾਬ ਤੇ ਹਰਿਆਣਾ ਨੇ ਬਣਾਈ ਹੈ। ਅਸੀਂ ਇੱਕ ਰੈਗੂਲੇਟਡ ਮਾਰਕੀਟ 'ਚ ਆਪਣੀ ਫਸਲ ਵੇਚਦੇ ਹਾਂ, ਜਿੱਥੇ ਸਰਕਾਰ ਨੂੰ ਖਰੀਦਣ ਵਾਸਤੇ ਕੋਈ ਦਿੱਕਤ ਨਹੀਂ ਆਉਂਦੀ। ਅਸੀਂ FCI ਦੀ ਮਦਦ ਵਾਸਤੇ ਏਜੰਸੀਆਂ ਬਣਾਈ ਹੋਈਆਂ। ਜੇ ਸਰਕਾਰ ਦਾ ਮਨ ਇਹੀ ਹੈ, ਜਿਹੜੀ ਸ਼ਾਂਤਾ ਕੁਮਾਰ ਕਮੇਟੀ ਨੇ ਕਿਹਾ ਵੀ ਉਹਨਾਂ ਨੇ FCI ਡਿਸਬੈਂਡ ਕਰ ਦੇਣੀ ਹੈ, ਇਹ ਜਿਹੜੇ ਬਿੱਲ ਪਾਸ ਹੋਏ ਨੇ ਇਹ ਫਿਰ ਬੇਮਾਨਾ ਹੋ ਜਾਣੇ। ਜਦੋਂ ਉਹਨੇ ਜੇ FCI ਡਿਸਬੈਂਡ ਕਰਤੀ, ਫਿਰ ਕੌਣ ਅਨਾਜ ਨੂੰ ਸੰਭਾਲੇਗਾ? ਫਿਰ ਇੱਕ ਨਵਾਂ ਸਵਾਲ ਇਹ ਵੀ ਖੜਾ ਹੋ ਗਿਆ ਵੀ ਪੰਜਾਬ ਸਰਕਾਰ ਕੋਲ ਤਾਂ ਇੰਨੇ ਰਿਸੋਰਸਿਸ ਨਹੀਂ ਹਨ। ਫਿਰ ਇਸ ਵੇਲੇ 65,000 ਕਰੋੜ ਦੀ ਕਣਕ ਤੇ ਝੋਨਾ, ਅਗਲੇ ਸਾਲ ਇਹ ਹੋਰ ਵੱਧ ਜਾਣੀ, ਇਹਦੀ ਕਾਸਟ ਫਿਰ 75,000 ਕਰੋੜ ਦੀ। ਕਿੱਥੋਂ ਲਿਆਉਣਾ 75,000 ਕਰੋੜ ਰੁਪਈਆ? ਇਹ ਤਾਂ ਭਾਰਤ ਸਰਕਾਰ ਤੋਂ ਬਿਨਾਂ ਖਰੀਦ ਕੋਈ ਕਰ ਨਹੀਂ ਸਕਦਾ। ਪਰ ਜੇ FCI ਪਿੱਛੇ ਹਟਦੀ ਹੈ ਜਾਂ ਕੇਂਦਰ ਸਰਕਾਰ ਪਿੱਛੇ ਹਟਦੀ ਹੈ, ਪ੍ਰਾਈਵੇਟ ਪਲੇਅਰ ਤਾਂ ਸ਼ਾਇਦ ਨਹੀਂ ਆਊਗਾ ਇਸ ਢੰਗ ਦੇ ਨਾਲ। ਜੇ ਪੰਜਾਬ ਦੇ ਵਿੱਚ ਕ੍ਰਿਮੀਨਲ ਚਾਰਜਿਸ ਉਹਦੇ ਤੇ ਲੱਗਣਗੇ ਘੱਟ ਖਰੀਦ ਤੇ, ਤਾਂ ਫਿਰ ਕੌਣ ਖਰੀਦੂਗਾ ਪੰਜਾਬ ਦੀ ਫਸਲ? ਨਹੀਂ, ਖਰੀਦਣ ਵਾਸਤੇ ਅਸੀਂ ਜਿਹੜੀ ਡਿਮਾਂਡ ਕੀਤੀ ਹੈ, ਗੱਲ ਸਮਝੋ, ਅਸੀਂ ਕੱਲੀ MSP ਨਹੀਂ ਡਿਮਾਂਡ ਕਰਦੇ। MSP ਐਂਡ ਸਟੇਟ ਪ੍ਰੋਕਿਉਰਮੈਂਟ ਲੀਗਲ ਰਾਈਟ ਹੋਣਾ ਚਾਹੀਦਾ ਸਾਡਾ, ਇੱਕ ਗੱਲ। ਦੂਸਰੀ, ਅਸੀਂ ਕਹਿੰਦੇ ਹਾਂ ਸਵਾਮੀਨਾਥਨ ਕਮਿਸ਼ਨ ਰਿਪੋਰਟ ਦੇ ਮੁਤਾਬਕ A2+FL ਨਹੀਂ, C2+50% 50% ਦੇ ਫਾਰਮੂਲੇ ਨਾਲ ਭਾਅ ਤੈਅ ਕੀਤੇ ਜਾਣ, ਫਿਰ ਉਹਦੀ ਖਰੀਦ ਗਰੰਟੀ ਕੀਤੀ ਜਾਏ। MSP ਬਿਨਾਂ ਖਰੀਦ ਤੇ ਬੇਈਮਾਨ ਹੈ, ਉਹਦਾ ਕੋਈ ਮਤਲਬ ਨਹੀਂ। ਬਾਕੀ ਫਸਲਾਂ ਖਰੀਦਦਾ ਹੀ ਨਹੀਂ। ਹੁਣ ਤੁਸੀਂ ਇਮੈਜਿਨ ਕਰੋ, ਮੈਂ ਮੋਟੀ ਮਿਸਾਲ ਦਿੰਦਾ, ਮੂੰਗੀ ਦਾ ਭਾਅ 6800 ਰੁਪਈਆ MSP, ਸਾਡੀ ਵਿਕਦੀ ਹੈ 2700 3000 ਨੂੰ। ਤੇ ਜੇ ਮੈਨੂੰ ਪੈਸੇ ਪੂਰੇ ਮਿਲਦੇ ਹੁਣ ਮੂੰਗੀ ਦੇ, ਤਾਂ ਜਿੰਨੀ ਮੇਰੀ ਝੋਨੇ ਦੀ ਵੱਟਤ ਹੈ ਉਨੇ ਪੈਸੇ ਮੈਂ ਵੱਟ ਲਊਂਗਾ। ਤੇ ਫਿਰ ਮੈਂ ਝੋਨੇ ਦੇ ਕਿਉਂ ਕਮਲਾ ਹੋਇਆ ਫਿਰੂੰਗਾ, ਪਾਣੀ ਖਰਾਬ ਕਰੂੰ, ਨਾਲੇ ਰਾਤਾਂ ਨੂੰ ਭੱਜਿਆ ਫਿਰੂ, ਪਾਣੀ ਲਾਉਂਦਾ ਉੱਥੇ, ਨਾਲੇ ਪਾਣੀ ਘੱਟ, ਨਾਲੇ ਉਹਨੇ ਨਾਈਟ੍ਰੋਜਨ ਖੇਤ ਦੇ ਵਿੱਚ ਛੱਡ ਦੇਣੀ ਹੈ, ਖਰਚਾ ਘੱਟ, ਤੇ ਮੇਰੇ ਪੈਸੇ ਪੂਰੇ ਵੱਟੇਗੇ। ਪਰਚੇਜ਼ ਤੋਂ ਬਿਨਾਂ MSP ਬੇਮਾਨੇ ਹੈ। ਰਾਜੇਵਾਲ ਸਾਹਿਬ, ਇੱਕ ਸਵਾਲ ਹੈ ਕਿ ਜਦੋਂ ਤੱਕ MSP ਸੀ, ਹੁਣ ਤੱਕ ਵੀ ਹੈਗੀ ਹੈ, ਤਾਂ ਕਿਸਾਨ ਦੀ ਤਾਂ ਲਾਗਤ ਉਦੋਂ ਵੀ ਪੂਰੀ ਨਹੀਂ ਹੁੰਦੀ, ਕਿਸਾਨ ਦੇ ਕਰਜ਼ਾ ਉਦੋਂ ਵੀ ਹੈ, ਕਿਸਾਨ ਖੁਦਕੁਸ਼ੀਆਂ ਵੀ ਉਦੋਂ ਨੇ। ਪਰ ਜੇ ਆਪਾਂ MSP ਵਾਲੀ ਮੰਗ ਰੱਖ ਕੇ ਇਹਨੂੰ ਇਹ ਮੰਨ ਲਿਆ ਜਾਵੇ ਕਿ ਇਹ ਅਸੀਂ ਬਚਾ ਲਈ, ਤਾਂ ਕਿਸਾਨ ਯੂਨੀਅਨ ਦੀ ਜਿੱਤ ਹੋ ਗਈ, ਤਾਂ ਬਾਕੀ ਮੰਗਾਂ ਛੱਡਤੀਆਂ, ਸਵਾਮੀਨਾਥਨ ਦੀ ਛੱਡਤੀ, ਜਾਂ ਜਿਹੜਾ ਤੁਸੀਂ ਫਾਰਮੂਲਾ C1 C2 ਵਾਲਾ ਕਹਿ ਰਹੇ ਹੋ ਉਹਦੀ ਛੱਡਤੀ, ਫਿਰ ਆਪਾਂ
ਹਾਲਤ ਕਿਵੇਂ ਸੁਧਰ ਜੂਗੀ? ਇਹ ਤੁਹਾਨੂੰ ਸ਼ਾਇਦ ਪਤਾ ਨਹੀਂ, ਅਸੀਂ ਡਿਮਾਂਡ ਇਹ ਕੀਤੀ ਹੈ ਸਵਾਮੀਨਾਥਨ ਕਮਿਸ਼ਨ ਦਾ ਜਿਹੜਾ C2 ਪਲੱਸ 50% ਵਾਲਾ ਫਾਰਮੂਲਾ ਹੈ, ਉਹਦੇ ਨਾਲ MSP ਤੈਅ ਕਰੋ। ਉਹ ਮਿੱਥਿਆ MSP ਤੇ ਕੱਲੀ ਤੇ ਨਹੀਂ, ਐਕਚੁਅਲ ਅੱਜ ਜਿਹੜੀ ਸਥਿਤੀ ਪੈਦਾ ਹੋਈ ਹੈ ਉਹ ਟੋਟਲ ਮੰਡੀ ਕੋਲੈਪਸ ਹੋ ਗਈ। ਮੰਡੀ ਨੂੰ ਬਚਾਉਣ ਦੀ ਹੈ ਇਹਨੂੰ। MSP ਤਾਂ ਉਹ ਕਹਿੰਦੇ ਨੇ ਵੀ MSP ਰਹੂ, ਅਸੀਂ ਕਿ ਹਾਂ ਰਹੂ, ਸਾਨੂੰ ਪਤਾ ਰਹੂਗੀ, ਪਰ ਜੇ ਖਰੀਦ ਨਹੀਂ ਕਰਨੀ MSP ਦਾ ਕੀ ਮਤਲਬ ਹੈ? ਇਹ ਜਿਹੜੀ ਇਹ ਬਾਰੀਕੀ ਹੈ ਬਹੁਤ ਸਾਰੇ ਲੋਕ ਸਮਝਦੇ ਨਹੀਂ। ਜਿਹੜਾ ਸਾਡਾ ਰਿਟਨ ਕੇਸ ਹੈ ਉਹਦੇ ਵਿੱਚ ਅਸੀਂ ਲਿਖਿਆ ਹੈ MSP ਐਂਡ ਅਸ਼ੋਰਡ ਪ੍ਰੋਕਿਊਰਮੈਂਟ, ਸਟੇਟ ਪ੍ਰੋਕਿਊਰਮੈਂਟ ਬਹੁਤ ਜ਼ਰੂਰੀ ਹੈ। ਕੱਲਾ MSP ਦਾ ਹੋਣਾ ਵੀ ਮੈਨੂੰ ਲੱਗਦਾ ਬੇਮਾਇਨੇ ਹੈ। ਬਿਲਕੁਲ ਬੜਾ ਕਲੀਅਰ ਅਸੀਂ ਲਿਖਿਆ ਹੈ ਵੀ ਪ੍ਰੋਕਿਊਰਮੈਂਟ, ਸਟੇਟ ਪ੍ਰੋਕਿਊਰਮੈਂਟ ਪਲੱਸ MSP ਦੋਨੋਂ ਹੋਣੀਆਂ ਚਾਹੀਦੀਆਂ, ਤੇ ਜਿਹੜੀ MSP ਹੈ ਉਹ ਸਵਾਮੀਨਾਥਨ ਕਮਿਸ਼ਨ ਦੀ C2 ਪਲੱਸ 50% ਵਾਲੀ ਰਿਪੋਰਟ ਦੇ ਨਾਲ ਹੋਵੇ। ਠੀਕ ਹੈ। ਇੱਕ ਵੱਡੀ ਗੱਲ ਇਹ ਹੈ ਕਿ ਹਾਲੇ ਤਾਂ ਮਤਲਬ ਕਾਫੀ ਲੰਬੀ ਲੜਾਈ ਚੱਲਣੀ ਹੈ, ਤਾਂ ਸਾਫ਼ ਹੀ ਹੈ, ਜਿਵੇਂ ਤੁਸੀਂ ਆਪ ਵੀ ਮੰਨਦੇ ਹੋ ਕਿ ਗਵਰਨਰ ਸਾਹਿਬ ਜੇ ਉਹ ਸਹੀ ਪਾਉਂਦੇ ਨੇ ਫਿਰ ਰਾਸ਼ਟਰਪਤੀ ਸਾਹਿਬ, ਫਿਰ ਉਹਨਾਂ ਦੀ ਮਰਜ਼ੀ ਹੈ ਸੁਪਰੀਮ ਕੋਰਟ। ਇਹ ਦਰਵਾਜ਼ਾ ਖੜਕਾਉਣਾ ਪੈ ਸਕਦਾ ਹੈ ਅਦਾਲਤ ਦਾ ਵੀ। ਅੱਜ ਵੀ ਕੈਪਟਨ ਸਾਹਿਬ ਨੇ ਕਿਹਾ ਕਿ ਇੱਕ ਗਰਾਊਂਡ ਤਿਆਰ ਹੋ ਗਿਆ ਸਾਡੇ ਕੋਲ। ਹਾਂ ਬਿਲਕੁਲ, ਦੇਖੋ ਸੈਕਸ਼ਨ 131 ਦੇ ਤਹਿਤ ਸਟੇਟ ਗਵਰਨਮੈਂਟ ਜਾ ਸਕਦੀ ਹੈ ਸੁਪਰੀਮ ਕੋਰਟ 'ਚ, ਇੰਡੀਵਿਜੂਅਲ ਕੋਈ ਨਹੀਂ ਜਾ ਸਕਦਾ। ਤਾਂ ਇਸ ਕਰਕੇ ਜੇ ਅਦਾਲਤ ਦੀ ਲੋੜ ਪਏਗੀ ਤਾਂ ਉਹਨਾਂ ਨੂੰ ਜਾਣਾ ਪਏਗਾ, ਪਰ ਅੱਜ ਦੇ ਹਾਲਾਤ ਵਿੱਚ ਅਸੀਂ ਤਾਂ ਸਲਾਹ ਨਹੀਂ ਦੇਵਾਂਗੇ। ਜਿਸ ਤਰ੍ਹਾਂ ਦਾ ਸੁਪਰੀਮ ਕੋਰਟ ਤੇ ਦਬਾਅ ਹੈ, ਇਸੇ ਕਰਕੇ ਨਹੀਂ ਨਾ ਇਸ ਪਾਸੇ ਅਸੀਂ ਉਪਰਾਲਾ ਕੀਤਾ ਬਈ ਦਬਾਅ ਹੇਠ ਕੰਮ ਕਰ ਰਹੀ ਹੈ ਸਾਡੀ ਸੁਪਰੀਮ ਕੋਰਟ। ਕਿੰਨੇ ਸਾਲ ਅਦਾਲਤਾਂ 'ਚ ਲੰਘ ਜਾਂਦੇ ਨੇ। ਜੇ ਬਾਬਰੀ ਮਸਜਿਦ ਦਾ ਕੇਸ ਦੇਖੀਏ ਤਾਂ 28 ਸਾਲ, ਜੇ SYL ਦਾ ਦੇਖੀਏ ਤਾਂ ਹਾਲੇ ਵੀ ਕੋਈ ਨਿਤਾਰਾ ਨਹੀਂ ਹੋਇਆ ਹੈਗਾ, ਜੇ 84 ਦੇ ਮਾਮਲੇ ਦੇਖੀਏ ਲਟਕੇ ਹੋਏ ਨੇ। ਇਹ ਤੋਂ ਵੀ ਬਿਨਾਂ ਜਿਹੜਾ ਦਬਾਅ ਕਰਕੇ ਫੈਸਲੇ ਨਹੀਂ ਲੋਕਾਂ ਦੇ ਹੱਕ 'ਚ ਹੋ ਰਹੇ, ਬੜਾ ਕਲੀਅਰ ਹੁੰਦਾ ਵੀ ਇਹ ਫੈਸਲਾ ਜਿਹੜਾ ਲੋਕਾਂ ਦੇ ਨਾਲ ਧੱਕਾ ਹੋ ਗਿਆ, ਪਰ ਜੋ BJP ਕਹਿੰਦੀ ਉਹਦੇ ਮੁਤਾਬਕ ਫੈਸਲਾ ਹੁੰਦਾ ਹੈ। ਇਸ ਕਰਕੇ ਅਸੀਂ ਇਹਦੇ ਹੱਕ 'ਚ ਨਹੀਂ ਵੀ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਜਾਏ। ਹਾਂ, ਅਸੀਂ ਜਿਹੜਾ ਸਾਡੇ ਕੋਲ ਸਾਡਾ ਡੈਮੋਕ੍ਰੈਟਿਕ ਰਾਈਟ ਹੈ, ਪੀਸਫੁਲ ਐਜੀਟੇਸ਼ਨ ਦੇ ਨਾਲ ਹੀ ਅਸੀਂ ਸਰਕਾਰ ਨੂੰ ਢਾਹਾਂਗੇ। ਇੱਕ ਵੱਡਾ ਸਵਾਲ ਇਹ ਹੈ ਕਿ ਹਾਲੇ ਵੀ ਜਿਵੇਂ ਪਹਿਲਾਂ ਵੀ ਸਾਡਾ ਸਵਾਲ ਸੀਗਾ ਕਿ ਜਿਹੜਾ ਸਟੇਟ ਸਬਜੈਕਟ ਹੈ ਤੇ ਕਨਕਰੈਂਟ ਲਿਸਟ ਹੈ ਜਾਂ ਸੈਂਟਰ ਦਾ ਸਬਜੈਕਟ ਹੈ, ਇਹਦੇ ਡਿਬੇਟੇਬਲ ਹੈ, ਕਿਉਂਕਿ ਉਹ ਕਹਿ ਰਹੇ ਨੇ ਕਿ ਤੁਸੀਂ ਕਹਿ ਰਹੇ ਹੋ ਕਿ ਐਗਰੀਕਲਚਰ ਸਟੇਟ ਦਾ ਸਬਜੈਕਟ ਹੈ, ਉਹ ਕਹਿੰਦੇ ਕਿ ਅਸੀਂ ਐਗਰੀਕਲਚਰ ਦੇ ਲਈ ਨਹੀਂ, ਅਸੀਂ ਟ੍ਰੇਡ ਤੇ ਕਾਮਰਸ ਦੀ ਗੱਲ ਕਰ ਰਹੇ ਹਾਂ। ਪਰ ਬੜਾ ਕਲੀਅਰ ਲਿਖਿਆ, ਜੇ ਤੁਸੀਂ ਇਹਨੂੰ ਕਨਕਰੈਂਟ ਲਿਸਟ ਨੂੰ ਵੀ ਪੜ੍ਹੋ, ਟ੍ਰੇਡ ਐਂਡ ਕਾਮਰਸ ਇਨ ਇੰਡਸਟਰੀ ਨਾਟ ਇਨ ਐਗਰੀਕਲਚਰ, ਇਹ ਬੜਾ ਕਲੀਅਰ ਲਿਖਿਆ। ਤੇ ਇੱਥੇ ਉਹ ਝੂਠ ਬੋਲਦੇ ਨੇ। ਦੋਨੇ ਚੀਜ਼ਾਂ ਵੱਖੋ ਵੱਖ ਨੇ, ਦੋਵੇਂ ਵੱਖੋ ਵੱਖ ਨੇ। ਉਹਨਾਂ ਨੇ ਕਿਹਾ ਨਾਟ ਫॉर ਐਗਰੀਕਲਚਰ। ਇਹ ਜਿਹੜਾ 33 ਨੰਬਰ ਲਿਸਟ ਦੇ ਵਿੱਚ ਹੈਗਾ ਨਾ, ਉਹਦੇ 'ਚ ਉਹਨਾਂ ਟ੍ਰੇਡ ਐਂਡ ਕਾਮਰਸ ਫॉर ਇੰਡਸਟਰੀ ਔਰ ਜਾਂ ਫੋਰਨ ਟ੍ਰੇਡ, ਉਹਦੇ ਵਾਸਤੇ ਤਾਂ ਹੈਗਾ, ਨਾਟ ਫॉर ਐਗਰੀਕਲਚਰ। ਪਰ ਇਹ ਕਹਿ ਰਹੇ ਕਿ ਉਤਪਾਦਨ ਲਈ ਹੈ, ਨਾ ਕਿ ਮਤਲਬ ਖੇਤੀ ਤੋਂ ਉਤਪਾਦਨ ਦੀ ਗੱਲ ਹੈ, ਟ੍ਰੇਡ ਦੀ ਗੱਲ ਹੈ, ਮਤਲਬ ਖੇਤੀਬਾੜੀ ਦੀ ਗੱਲ ਨਹੀਂ ਹੈਗੀ, ਖੇਤੀਬਾੜੀ ਤੋਂ ਹੋ ਰਹੇ ਉਤਪਾਦਨ ਦੀ ਗੱਲ ਨਹੀਂ। ਪਰ ਇਹ ਵਪਾਰੀ ਦਾ ਕਹਿਣ ਨਾ ਫਿਰ ਸਾਨੂੰ ਕਿਉਂ ਵੱਢਣ ਲੱਗੇ ਨੇ? ਕਿਸਾਨ ਜਿਹੜਾ ਉਹ ਤਾਂ ਮਾਰਕੀਟਿੰਗ ਕਰਦਾ, ਉਹ ਤਾਂ ਟ੍ਰੇਡਿੰਗ ਨਹੀਂ ਕਰਦਾ। ਹੀ ਇਜ਼ ਨਾਟ ਅ ਟ੍ਰੇਡਰ। तो ਪਹਿਲਾਂ ਟ੍ਰੇਡਰ ਦੀ ਡੈਫੀਨੇਸ਼ਨ ਤਾਂ ਦੱਸਣ ਕੀ ਹੈ। तो ਇਹ ਜਾਣ ਕੇ ਗੁੰਮਰਾਹ ਕਰ ਰਹੇ ਨੇ, ਬਿਲਕੁਲ ਝੂਠ ਬੋਲ ਰਹੇ ਨੇ। ਬੀਜੇਪੀ ਦਾ ਮੁੱਢਲਾ ਫਾਰਮੂਲਾ ਝੂਠ ਬੋਲੋ, ਝੂਠ ਬੋਲੋ, ਝੂਠ ਬੋਲੋ, ਔਰ ਤਾਂ ਕਿ ਉਹ ਸੱਚ ਲੱਗਣ ਲੱਗ ਜਾਏ, ਉਹ ਝੂਠ ਬੋਲ ਰਹੇ ਨੇ। ਠੀਕ ਹੈ, ਅੱਜ ਪੰਜਾਬ ਇਕਜੁੱਟ ਹੈ, 115 MLA ਇਕਜੁੱਟ ਨੇ, ਵਿਧਾਨ ਸਭਾ ਦੇ ਵਿੱਚ ਯੂਨੈਨਿਮਸਲੀ ਮਤਾ ਪਾਸ ਹੋ ਗਿਆ, ਗਵਰਨਰ ਸਾਹਿਬ ਨੂੰ ਦੇਤਾ। ਪਰ ਇੱਕ ਹੋਰ ਜਿਹੜੀ ਵੱਡੀ ਗੱਲ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਐਜੀਟੇਸ਼ਨ ਪਿਛਲੇ 20-25 ਦਿਨਾਂ ਤੋਂ 25 ਸਤੰਬਰ ਤੋਂ ਚੱਲ ਰਿਹਾ ਹੈ ਲਗਾਤਾਰ, ਰੇਲ ਰੋਕੋ ਹੈ, ਟੋਲ ਪਲਾਜ਼ੇ ਰੋਕੇ ਹੋਏ ਨੇ ਮੈਗਾ ਸਟੋਰ ਅਲਾਇੰਸ ਦੇ, ਤਾਂ ਕੈਪਟਨ ਸਾਹਿਬ ਕਹਿੰਦੇ ਕਿ ਟੋਲ ਪਲਾਜ਼ਿਆਂ ਦੇ ਨਾਲ ਘਿਰਾਓ ਕਰਨ ਦੇ ਨਾਲ ਦਬਾਅ ਨਹੀਂ ਬਣਨਾ, ਰੇਲ ਰੋਕੋ ਦੇ ਨਾਲ ਵੀ ਨੁਕਸਾਨ ਹੋ ਰਿਹਾ ਪੰਜਾਬ ਦਾ, ਇਕਨੋਮੀ ਤੇ ਵੀ। ਬਿਜਲੀ ਕਹਿੰਦੇ ਸਾਡੇ ਕੋਲੇ ਕੋਲਾ ਮੁੱਕ ਗਿਆ, ਖਾਦਾਂ ਹੈ ਨਹੀਂ ਕਣਕ ਦੀ ਬਿਜਾਈ ਲਈ, ਝੋਨੇ ਦੀ ਲਈ ਸਟੋਰੇਜ ਨਹੀਂ ਹੈਗੀ। ਨਹੀਂ, ਮੈਨੂੰ ਇਹ ਦੱਸੋ ਫਿਰ ਦਬਾਅ ਕਿਹੜਾ ਹੋਇਆ? 17 ਫਰਵਰੀ ਨੂੰ ਮੈਂ ਸਾਰੀਆਂ ਪੋਲੀਟੀਕਲ ਪਾਰਟੀਆਂ ਚੰਡੀਗੜ੍ਹ ਬੁਲਾ ਕੇ ਉਹਨਾਂ ਨੂੰ ਕਿਹਾ ਵੀ ਦੇਖੋ ਆਹ ਡਾਕੂਮੈਂਟ ਨੇ, ਸਰਕਾਰ ਦੇਖੋ ਕਿੱਧਰ ਨੂੰ ਜਾ ਰਹੀ ਹੈ। ਉਦੋਂ ਕਾਂਗਰਸ ਪਾਰਟੀ ਦਾ ਪ੍ਰਧਾਨ ਕਹਿੰਦਾ ਸਾਰੀਆਂ ਪਾਰਟੀਆਂ ਨੂੰ, ਅਕਾਲੀ ਵੀ ਬੈਠੇ ਨੇ, ਆਮ ਆਦਮੀ ਪਾਰਟੀ ਬੈਠੀ ਹੈ, ਬੀਜੇਪੀ ਵੀ ਬੈਠੀ ਹੈ, ਸੀਨੀਅਰ ਲੀਡਰ ਬੈਠੇ ਨੇ, ਤੇ ਉਹ ਉਹਨਾਂ ਨੂੰ ਕਹਿੰਦਾ ਵੀ ਦੇਖੋ ਜੀ ਜੇ ਇਕੱਠੇ ਹੋ ਕੇ ਨਾ ਲੜੇ ਤਾਂ MSP ਗਈ, MSP ਗਈ, MSP ਗਈ। ਨਾਲ ਉਹ ਕਹਿੰਦਾ ਵੀ ਬਰਬਾਦ ਹੋ ਜਾਏਗਾ ਪੰਜਾਬ, या तो सारे इकट्ठे होकर लड़ो, नहीं कुछ नहीं बचना। तो 17 फरवरी के बाद 24 फरवरी ਨੂੰ ਅਸੀਂ ਰੈਲੀ ਕੀਤੀ, ਜਿਹਦੇ ਤੇ ਇਹਨਾਂ ਨੇ ਬੈਨ ਲਾਇਆ। ਉਹਦੇ ਬਾਵਜੂਦ ਲੋਕ 10-10 15-15 ਕਿਲੋਮੀਟਰ ਪੈਦਲ ਤੁਰ ਕੇ 20,000 ਬੰਦਾ ਉੱਥੇ ਪਹੁੰਚ ਗਿਆ। ਤੇ ਹੁਣ ਜੇ ਜਦੋਂ ਇਹਨਾਂ ਨੇ ਕਰ ਦਿੱਤੇ, ਆਪਣਾ ਬਿੱਲ ਪੇਸ਼ ਕਰ ਦਿੱਤਾ ਪਾਰਲੀਮੈਂਟ ਦੇ ਵਿੱਚ, ਆਰਡੀਨੈਂਸ ਜਾਰੀ ਕਰਤੇ 5 ਜੂਨ ਨੂੰ, ਉਹਦੇ ਬਾਅਦ ਮੂਵਮੈਂਟ ਹੋਰ ਤੇਜ਼ ਹੋ ਗਈ। ਅਸੀਂ ਸਾਰੀਆਂ ਜਥੇਬੰਦੀਆਂ ਇਕੱਠੀਆਂ ਕਰਕੇ ਮੂਵਮੈਂਟ ਤੇਜ਼ ਕਰ ਦਿੱਤੀ, ਤੇ ਉਹਦੇ ਪ੍ਰੈਸ਼ਰ ਨਾਲੇ ਜਾਗੇ ਨੇ। ਨਹੀਂ, ਕੈਪਟਨ ਸਾਹਿਬ ਨੂੰ ਪਹਿਲਾਂ ਹੋਸ਼ ਨਹੀਂ ਆਈ। ਨਹੀਂ, ਪਰ ਕਹਿੰਦੇ ਸੈਂਟਰ ਤੇ ਨਹੀਂ ਦਬਾਅ ਬਣਨਾ ਇਹਦੇ ਨਾਲ। ਨਹੀਂ, ਸੈਂਟਰ ਤੇ ਕਿਉਂ ਨਹੀਂ ਦਬਾਅ ਬਣਨਾ ਜੀ? ਤੁਸੀਂ ਮੈਨੂੰ ਇਹ ਦੱਸੋ, ਹਰਿਆਣੇ ਦੇ ਵਿੱਚ ਕੀ ਹੋ ਰਿਹਾ? ਅਸੀਂ ਹਰਿਆਣਾ ਵੀ ਨਾਲ ਇਹਦੇ ਮੋਬਿਲਾਈਜ਼ ਕਰ ਲਿਆ, ਰਾਜਸਥਾਨ ਕਰ ਲਿਆ, UP ਕਰ ਲਿਆ। ਅੱਜ 14 ਸਟੇਟਾਂ ਦੇ ਵਿੱਚ ਐਜੀਟੇਸ਼ਨ ਚੱਲ ਰਹੀ ਹੈ, ਔਰ ਅਸੀਂ 5 ਤਰੀਕ ਨੂੰ ਭਾਰਤ
ਸਾਰੇ ਭਾਰਤ 'ਚ ਚੱਕਾ ਜਾਮ ਕਰ ਰਹੇ ਹਾਂ 10 ਤੋਂ 4 ਵਜੇ ਤੱਕ ਅੰਡਰ ਪ੍ਰੋਟੈਸਟ। ਔਰ ਤੁਸੀਂ ਹੈਰਾਨ ਹੋਵੋਗੇ ਵੀ ਬਿਹਾਰ ਦੇ ਵਿੱਚ ਚੋਣਾਂ ਡਿਕਲੇਅਰ ਇਸ ਐਜੀਟੇਸ਼ਨ ਦੀ ਵਜ੍ਹਾ ਕਰਕੇ ਹੋਈਆਂ। ਜਦੋਂ ਉੱਥੇ ਐਜੀਟੇਸ਼ਨ ਤੇਜ਼ੀ ਨਾਲ ਅੱਗੇ ਵਧਣ ਲੱਗੀ, ਇਹਨਾਂ ਨੇ ਕਿਹਾ ਵੀ ਉੱਥੇ ਤਾਂ ਅਸੀਂ ਇਲੈਕਸ਼ਨ ਲੜਨੀ ਹੈ, ਫਟਾਫਟ ਇਲੈਕਸ਼ਨ ਡਿਕਲੇਅਰ ਕਰਤੀ। ਔਰ ਉਹਦੇ ਬਾਵਜੂਦ 25 ਤਰੀਕ ਨੂੰ ਬਿਹਾਰ ਦੇ 17 ਜ਼ਿਲ੍ਹੇ ਕੰਪਲੀਟ ਬੰਦ ਰਹੇ, ਜਿੱਦਣ ਅਸੀਂ ਬੰਦ ਦੀ ਕਾਲ ਦਿੱਤੀ ਹੈ। ਹੁਣ ਅਸੀਂ 5 ਤਰੀਕ ਨੂੰ ਇਹ ਚੱਕਾ ਜਾਮ ਦੀ ਕਾਲ ਦਿੱਤੀ ਹੈ, ਉਹਦੇ ਬਾਅਦ 27 ਤਰੀਕ ਨੂੰ ਅਸੀਂ ਸਾਰੀਆਂ ਜਿੰਨੀਆਂ ਦੇਸ਼ ਦੀਆਂ ਜਥੇਬੰਦੀਆਂ ਟੋਟਲ ਉਹ ਸਾਰੇ ਇਕੱਠੇ ਹੋ ਰਹੇ ਹਾਂ। ਅਸੀਂ ਫਿਰ ਸਾਰੇ ਦੇਸ਼ ਦਾ ਇੱਕ ਪ੍ਰੋਗਰਾਮ ਦੇਣ ਵਾਲੇ ਹਾਂ। ਫਿਰ ਉੱਥੇ ਗੱਲ ਆ ਗਈ ਕਿ ਜੇ ਕੋਲਾ ਮੁੱਕ ਗਿਆ ਤਾਂ ਬਿਜਲੀ ਸੰਕਟ ਆਜੂ ਪੰਜਾਬ 'ਚ। ਨਹੀਂ, ਇਹ ਵੀ ਮੈਨੂੰ ਇਹ ਹਜ਼ਮ ਨਹੀਂ ਹੋ ਰਹੀ ਗੱਲ, ਕਿਉਂਕਿ ਵੀ ਆਰ ਔਨ ਨੈਸ਼ਨਲ ਗ੍ਰਿਡ। ਨੈਸ਼ਨਲ ਗ੍ਰਿਡ ਦੇ ਮਾਅਨੇ ਕੀ ਹੈ ਵੀ ਜੇ ਤੁਹਾਡੇ ਸਾਰੇ ਹੀ ਪਲਾਂਟ ਕੋਲੈਪਸ ਕਰ ਜਾਣ, ਕੋਈ ਵੀ ਜਨਰੇਸ਼ਨ ਹੋਵੇ ਇਹਨਾਂ ਨਾਲ ਹਾਈਡਲ ਨਾ ਜਿਹੜੀ ਹੈ ਥਰਮਲ ਦੀ, ਤੇ ਉਹਦੇ ਬਾਵਜੂਦ ਜਿਹੜਾ ਨੈਸ਼ਨਲ ਗ੍ਰਿਡ ਹੈ ਦੇ ਆਰ ਸਪੋਜ਼ ਟੂ ਸਪਲਾਈ ਪਾਵਰ। ਪੈਸੇ ਨਹੀਂ ਹੈਗੇ ਸਾਡੇ ਕੋਲੇ ਨੈਸ਼ਨਲ ਗ੍ਰਿਡ ਤੋਂ ਬਿਜਲੀ ਲੈਣ ਲਈ। ਜਿਹੜੇ ਪ੍ਰਾਈਵੇਟ ਥਰਮਲ ਪਲਾਂਟ ਨੇ ਉਹਨਾਂ ਨੂੰ ਰੋਜ਼ ਦਾ 10 ਕਰੋੜ ਰੁਪਏ ਦੇਣਾ ਹੈਗਾ, ਜੋ ਉਹਨਾਂ ਦੇ ਸਕਦੇ ਨੇ, ਝੂਠ ਬੋਲਦੇ ਨੇ ਸਾਰੇ। ਔਰ ਇਹ ਤੱਕ ਕਿੰਨੇ ਕੈਪਟਨ ਸਾਹਿਬ ਨੇ ਵਿਧਾਨ ਸਭਾ 'ਚ ਔਨ ਫਲੋਰ ਜਿਹੜੀ ਇਹ ਗੱਲ ਕਹੀ ਹੈ, ਉਹਨਾਂ ਨੇ ਗਣਾਇਆ ਕਿ ਤਲਵੰਡੀ ਸਾਬੋ ਜੀਵੇਕੇ ਦਾ ਵੀ ਕੋਲਾ ਸਮਾਪਤ ਹੈ, ਸਿਰਫ ਲਹਿਰੇ ਗਾਗੇ 'ਚ ਥੋੜਾ ਜਿਹਾ ਬਚਿਆ। ਨਹੀਂ, ਦੇਖੋ ਗੱਲ ਸਮਝੋ ਵੀ ਇਹ ਤਾਂ ਕਿੰਨੇ ਦਿਨਾਂ ਤੇ ਸਾਨੂੰ ਕਹਿ ਰਹੇ ਨੇ। ਉਹਦੇ ਬਾਅਦ 2 ਮੀਟਿੰਗਾਂ ਸਾਡੀਆਂ ਹੋ ਲਈਆਂ, ਉਹਦੇ ਕਹਿੰਦੇ ਸਾਡੇ ਤੋਂ 2 ਦਿਨ ਦਾ ਕੋਲਾ ਰਹਿ ਗਿਆ, 3 ਦਿਨ ਦਾ ਕੋਲਾ ਬੋਲ ਰਹੇ ਨੇ, ਝੂਠੇ ਬੋਲਦੇ ਰਹੇ ਨੇ। ਹੁਣ ਤੇ ਰੋਜ਼ ਖਬਰਾਂ ਹੈ ਨਾ ਕੋਲ, ਰੋਜ਼ ਖਬਰਾਂ ਛਪਦੀਆਂ ਰਹੀਆਂ ਨੇ ਬਈ ਦੇਖੋ ਜੀ ਪੰਜਾਬ ਤਾਂ ਬਲੈਕ ਆਊਟ ਹੋ ਜਾਣਾ, ਤੇ ਅੱਜ ਤੱਕ ਤਾਂ ਹੋਇਆ ਨਹੀਂ। ਨਹੀਂ ਜੇ ਹੁੰਦਾ ਹੈ ਰਾਜੇਵਾਲ ਸਾਹਿਬ, ਨੁਕਸਾਨ ਨਹੀਂ ਲੱਗਦਾ? ਨਹੀਂ, ਮੈਨੂੰ ਲੱਗਦਾ ਨਹੀਂ ਹੋਣਾ ਨਹੀਂ ਹੈ। ਇਹ ਐਵੇਂ ਗੁੰਮਰਾਹ ਕਰਨ ਵਾਲੀ ਗੱਲ ਹੈ। ਇਹ ਠੀਕ ਹੈ ਵੀ ਕੋਲੇ ਦੀ ਸਮੱਸਿਆ ਹੋ ਸਕਦੀ ਹੈ ਇਹਨਾਂ ਨੂੰ, ਪਰ ਨੈਸ਼ਨਲ ਗ੍ਰਿਡ 'ਚ ਹੋਣ ਕਰਕੇ ਬਿਜਲੀ ਸਪਲਾਈ ਦੀ ਸਮੱਸਿਆ ਨਹੀਂ ਹੋ ਸਕਦੀ। ਅੱਛਾ, ਇਹ ਜਿਹੜੀ ਦੂਜੀ ਗੱਲ ਹੈਗੀ ਹੈ ਕਿ ਹੁਣ ਕੈਪਟਨ ਸਾਹਿਬ ਅਪੀਲ ਕਰ ਰਹੇ ਨੇ ਕਿ ਬਲੌਕੇਡ ਦਾ ਫਾਇਦਾ ਨਹੀਂ, ਨੁਕਸਾਨ ਹੈ ਪੰਜਾਬ ਨੂੰ, ਇਕਨੋਮੀ ਤੇ ਵੀ ਅਸਰ ਹੈ। ਕੋਈ ਵੈਟ ਆਉਣਾ ਹੁੰਦਾ ਪੰਪਾਂ ਦੇ ਪੈਟਰੋਲ ਪੰਪਾਂ ਦੇ ਥਰੂ, ਕੋਈ ਟੋਲ ਪਲਾਜ਼ਿਆਂ ਦੇ ਥਰੂ, ਜਾਂ ਜਿੱਥੇ ਵੀ ਕਿਤੇ ਮੈਗਾ ਸਟੋਰ ਜਾਂ ਜਿੱਥੇ ਵੀ ਉਹਨਾਂ ਦੀ GST CGST ਸਟੇਟ ਦਾ ਵੀ ਜਿਹੜਾ ਇਹ ਆਉਂਦਾ ਹਿੱਸਾ, ਵੀ ਉਹਦੇ ਤੇ ਵੀ ਅਸਰ ਹੈ, ਵਪਾਰ ਤੇ ਵੀ ਅਸਰ ਹੈ, ਕਿਉਂਕਿ ਆਦਾਨ ਪ੍ਰਦਾਨ ਨਹੀਂ ਹੁੰਦਾ, ਮਾਲ ਗੱਡੀਆਂ ਰਾਹੀਂ ਹੋਣਾ ਹੁੰਦਾ। ਨਹੀਂ, ਇਹ ਤਾਂ ਮੰਨਿਆ ਵੀ ਮਾਲ ਗੱਡੀਆਂ ਨਾਲ ਜਿਹੜਾ ਰੁਕਣ ਨਾਲ ਸਾਡੇ ਇੰਡਸਟਰੀ ਤੇ ਕੁਝ ਅਸਰ ਹੋਏਗਾ, ਇਹਦੇ 'ਚ ਕੋਈ ਦੋ ਰਾਹ ਨਹੀਂ। ਐਜੀਟੇਸ਼ਨ ਹੈ, ਐਜੀਟੇਸ਼ਨ 'ਚ ਅਕਸਰ ਕੁਝ ਤਾਂ ਉਹਦਾ ਅਸਰ ਹੋਏਗਾ ਹੀ, ਪਰ ਇਹ ਨਹੀਂ ਮੈਂ ਕਹਿ ਸਕਦਾ, ਮੰਨਣ ਨੂੰ ਤਿਆਰ ਵੀ ਜਿਹੜਾ ਡੀਜ਼ਲ ਦੀ ਵਿਕਰੀ ਬੰਦ ਹੋ ਗਈ ਜੀ। ਸਿਰਫ ਅਸੀਂ ਰਿਲਾਇੰਸ ਦੇ ਪੰਪ ਬੰਦ ਕੀਤੇ ਆ, ਬਾਕੀ ਪੰਪ ਠੀਕ ਚੱਲ ਰਿਹਾ, ਉਹਨਾਂ ਦੀ ਉਹ ਦੂਜਿਆਂ ਦੀ ਸੇਲ ਵੱਧ ਗਈ, ਤੇ ਜਿੰਨੀ ਲੋੜ ਹੈ ਲੋਕਾਂ ਨੂੰ, ਕੋਈ ਡੀਜ਼ਲ ਦੀ ਸ਼ਾਰਟੇਜ ਕੋਈ ਨਹੀਂ ਹੈ। ਖਾਦਾਂ ਦੀ ਵੀ ਗੱਲ ਹੋਈ ਹੈ। ਖਾਦਾਂ ਦੀ ਦੇਖੋ, ਇਹ ਸਾਰਾ ਸਾਲ ਆਉਣ ਵਾਲਾ ਕੰਮ ਹੈ। ਇਹ ਜਿਹੜਾ ਨੇ ਰੇਕ ਲੱਗਦੇ ਰਹਿੰਦੇ ਨੇ ਸਾਰਾ ਸਾਲ। ਇਹਨਾਂ ਕੋਲ ਜਿੰਨੀ ਖਾਦ ਸਾਨੂੰ ਹੁਣ ਬਜਾਈ ਵੇਲੇ ਚਾਹੀਦੀ ਹੈ, ਉਹ ਤੋਂ 10% ਵੱਧ ਪਈ ਹੈ। ਸਾਨੂੰ ਪਤਾ ਸਾਰਾ। ਅਸੀਂ ਪਰ ਸਾਡੇ ਖੇਤੀਬਾੜੀ ਮੰਤਰੀਆਂ ਜਿਹੜੇ ਹੈਗੇ ਨੇ, ਵਿਭਾਗ ਦੇ ਅਧਿਕਾਰੀ, ਉਹ ਵੀ ਮੰਨਦੇ ਨੇ, ਕਹਿੰਦੇ ਅਜੇ ਸਾਨੂੰ DAP ਦੀ ਲੋੜ ਹੁੰਦੀ ਹੈ ਜ਼ਿਆਦਾ। ਨਹੀਂ, ਲੋੜ ਹੁੰਦੀ ਹੈ ਕਿਉਂਕਿ ਆਲੂ ਲੱਗਣਾ ਸੀਗਾ। ਹੁਣ ਜਿਹੜਾ DAP ਦੀ ਵਰਤੋਂ ਸੀ ਉਹ ਤਾਂ ਆਲੂ ਦੇ ਵਿੱਚ ਹੋ ਚੁੱਕੀ। ਕਣਕ ਦੇ ਵਿੱਚ ਤਾਂ ਅਸੀਂ ਬਹੁਤ ਘੱਟ ਇਸਤੇਮਾਲ ਕਰਦੇ ਹਾਂ, ਦੂਜੀ ਕੰਪਲੈਕਸ ਫਰਟੀਲਾਈਜ਼ਰ ਇਸਤੇਮਾਲ ਕਰ ਲੈਂਦੇ, ਉਹਦੇ ਨਾਲ ਸਰ ਜਾਂਦਾ। ਪਰ ਫਿਰ ਵੀ ਜਿਹੜਾ ਪਹਿਲਾਂ ਸਪਲਾਈ ਕੀਤਾ ਸੀ ਉਹ ਕਿਉਂ ਘੁੱਟ ਕੇ ਰੱਖਿਆ ਸੁਸਾਇਟੀਆਂ 'ਚ? ਇਹਨਾਂ ਨੇ ਸਾਨੂੰ ਬਦਨਾਮ ਕਰਕੇ ਰੱਖਿਆ। ਕਹਿੰਦੇ ਝੋਨਾ ਜਿਹੜਾ ਨਵਾਂ ਆ ਰਿਹਾ, ਨਵੀਂ ਝੋਨਾ ਆ ਰਿਹਾ, ਉਹਦੇ ਲਈ ਸਟੋਰੇਜ ਲਈ ਸਪੇਸ ਨਹੀਂ ਹੈਗੀ। ਕਿਹੜਾ ਝੋਨਾ? ਜਿਹੜਾ ਹੁਣ ਆ ਰਿਹਾ ਝੋਨਾ, ਆਮਦ ਹੋ ਰਹੀ ਹੈ, ਕਿਉਂਕਿ ਸਟੋਰੇਜ ਦੀ ਗਡਾਊਨ ਦੇ ਵਿੱਚ ਸਪੇਸ ਨਹੀਂ ਬਚੀ, ਮਾਲ ਗੱਡੀਆਂ ਨਹੀਂ ਭੇਜਣਾ ਤਾਂ ਉੱਥੇ ਜਗ੍ਹਾ ਬਣਨੀ। ਇਹ ਵੀ ਗਲਤ ਕਹਿੰਦੇ ਨੇ। ਫਿਰ ਮੈਨੂੰ ਤਾਂ ਸਾਰਾ ਪ੍ਰੋਸੈਸ ਪਤਾ ਹੈ। ਸ਼ੈਲਰਾਂ ਦੇ ਵਿੱਚ ਸਟੋਰ ਹੁੰਦਾ ਝੋਨਾ, ਫਿਰ ਇਹਦੀ ਮਿਲਿੰਗ ਹੋਣੀ ਹੈ ਜਾ ਕੇ ਦਸੰਬਰ ਵਿੱਚ। ਦਸੰਬਰ ਤੋਂ ਪਹਿਲਾਂ ਮਿਲਿੰਗ ਸ਼ੁਰੂ ਨਹੀਂ ਹੁੰਦੀ। ਦਸੰਬਰ ਵਿੱਚ ਇਹਨਾਂ ਨੂੰ ਗੋਦਾਮ ਅੱਜ ਸਾਡੇ ਖਾਲੀ ਪਏ ਨੇ, 80% ਗੋਦਾਮ ਖਾਲੀ ਪਏ ਨੇ, ਕਿਤੇ ਸਪੇਸ ਦੀ ਕੋਈ ਕਮੀ ਨਹੀਂ। ਅੱਗੇ ਹਰ ਸਾਲ ਫਲੋਰ ਝੂਠ ਨਹੀਂ ਬੋਲਦਾ ਹੁੰਦਾ, ਕਹਿੰਦੇ ਕੋਈ ਵੀ ਬੋਲਦੇ ਨੇ। ਮੈਨੂੰ ਚੰਗੀ ਤਰ੍ਹਾਂ ਪਤਾ, ਕਿਉਂਕਿ ਮੈਂ ਇਸ ਸਟੇਟ ਨੂੰ ਚੰਗੀ ਤਰ੍ਹਾਂ ਸਮਝਦਾ, ਕਿਉਂਕਿ ਜਿੰਨਾ ਅੱਗੇ ਪਿਛਲੇ ਸਾਲਾਂ ਵਿੱਚ ਮੁਸ਼ਕਲ ਰਹੀ ਹੈ ਲੋਕਾਂ ਨੂੰ ਰਾਈਸ ਦੇਣ ਵਾਸਤੇ, ਡਿਲੀਵਰ ਕਰਨ ਵਾਸਤੇ, ਮੂਵਮੈਂਟ ਨਹੀਂ ਸੀ ਹੁੰਦੀ। ਹੁਣ ਤਾਂ ਪਿਛਲੇ ਦਿਨਾਂ ਵਿੱਚ ਡੇਲੀ 35 40 ਸਪੈਸ਼ਲ ਲੋਡ ਹੋ ਕੇ ਜਾਂਦੀਆਂ ਰਹੀਆਂ। ਆਪੇ ਸਰਕਾਰ ਕਲੇਮ ਕਰਦੀ ਰਹੀ ਹੈ। ਹੁਣ ਤਾਂ ਸਾਡੇ ਸਪੇਸ ਦੀ ਵੀ ਕੋਈ ਸਮੱਸਿਆ ਨਹੀਂ। ਇੱਕ ਹੋਰ ਸਕੈਮ ਜ਼ਰੂਰ ਹੋ ਗਿਆ ਸਪੇਸ ਦੇ ਬਹਾਨੇ। ਭਾਰਤ ਸਰਕਾਰ ਨੇ ਅਡਾਨੀ ਨਾਲ ਇੱਕ ਸਮਝੌਤਾ ਕਰ ਲਿਆ 700 ਕਰੋੜ ਦਾ। ਈਵਨ FCI ਦੇ ਗੋਦਾਮ ਵੀ ਉਹਨੂੰ ਦੇਤੇ, ਉਹਦੇ ਕੰਟਰੋਲ 'ਚ ਹੋਣਗੇ। ਜਿੰਨਾ ਮਾਲ ਗੋਦਾਮਾਂ 'ਚ ਲੱਗੂਗਾ ਉਹਨੂੰ 700 ਕਰੋੜ ਦੇ ਲੈ ਲਿਆ, ਬਸ ਉਹਨੂੰ 9 ਰੁਪਏ ਕੁਝ ਪੈਸੇ ਪਰ ਕੁਇੰਟਲ ਆਪਣੇ ਗਡਾਊਨਾਂ ਦਾ ਉਹਨੂੰ ਦੇਣਾ।
ਆਪਣੇ ਗਡਾਊਨਾਂ ਦਾ ਆਪਣੇ ਗੋਡਾਊਨਾਂ ਦਾ ਉਹਨੂੰ ਦੇਣਾ ਹੈ। ਚਲੋ ਰਾਜੇਵਾਲ ਸਾਹਿਬ, ਮੀਟਿੰਗ ਭਾਵਾਂ ਕਿ ਤੁਹਾਡੀ ਹੋਣੀ ਹੈ ਚੰਡੀਗੜ੍ਹ ਦੇ ਵਿੱਚ, ਪਰ ਉਹ ਤੋਂ ਪਹਿਲਾਂ ਚਲੋ ਤੁਸੀਂ ਬਹੁਤਾ ਨਹੀਂ ਦੱਸ ਸਕਦੇ, ਪਰ ਪਿੱਛੇ ਨਹੀਂ ਹਟੋਗੇ ਜਿਹੜਾ ਅੰਦੋਲਨ ਚੱਲ ਰਿਹਾ ਹੈ ਇਸ ਵੇਲੇ ਵੀ? ਹੁਣ ਤੱਕ ਕੈਪਟਨ ਸਾਹਿਬ ਨੇ ਤਾਂ ਮਤਾ ਪਾਤਾ, ਬਿੱਲ ਪਾਸ ਕਰਤੇ ਵਿਧਾਨ ਸਭਾ ਦੇ ਵਿੱਚ ਕਿ ਸਾਡੀ ਮੰਗ ਇਹ ਪੂਰੀ ਹੋਊਗੀ। ਨਹੀਂ, ਇਹ ਪਿੱਛੇ ਹਟਣ ਦਾ ਤਾਂ ਸਵਾਲ ਹੀ ਨਹੀਂ। ਸਾਨੂੰ ਪਤਾ ਵੀ ਇਹ ਇੰਨਾ ਸੌਖਾ ਨਹੀਂ ਹੈਗਾ ਹੋਣ ਵਾਲਾ। ਸੈਂਟਰ ਤੇ ਦਬਾਅ ਬਣਾ ਕੇ ਰੱਖਣਾ ਜ਼ਰੂਰੀ ਹੈ। ਅੰਦੋਲਨ ਦੀ ਸ਼ਕਲ ਬਦਲਦੀ ਰਹਿੰਦੀ ਹੈ, ਕੋਈ ਹੋਰ ਸ਼ਕਲ ਨਾਲ ਹੋ ਸਕਦਾ, ਪਰ ਅੱਜ ਕੁਝ ਨਹੀਂ ਕਹਿ ਸਕਦੇ। ਕੱਲ ਦੀ ਮੀਟਿੰਗ 'ਚ ਡਿਸਾਈਡ ਹੋਊਗਾ। ਉਗਰਾਹਾਂ ਹੋਰਾਂ ਨੇ ਅੱਡ ਮੀਟਿੰਗ ਕੀਤੀ ਆ, ਉਗਰਾਹਾਂ ਹੋਰਾਂ ਦੇ ਪਲੈਨਿੰਗ ਵੀ ਅੱਡ ਹੋ ਰਹੀ ਹੈ। ਲੱਗਦਾ ਨਹੀਂ ਵੀ ਹਲੇ ਜ਼ਰੂਰਤ ਨਹੀਂ ਹੈਗੀ, ਚਲੋ ਸਾਰੇ ਇਕੱਠੇ ਹੋ ਕੇ ਚੱਲਣ? ਨਹੀਂ, ਉਹ ਹੁਣ ਤੱਕ ਸਾਡੇ ਨਾਲ ਹੀ ਨੇ। ਪਤਾ ਨਹੀਂ ਉਹਨਾਂ ਨੂੰ ਕੀ ਹੋਇਆ, ਅਲੱਗ ਕਿਉਂ ਕਰਦੇ ਨੇ। ਇੱਕ ਗੱਲ ਉਹ ਜ਼ਰੂਰ ਕਹਿੰਦੇ ਹੁੰਦੇ ਸੀ ਵੀ ਜੋ ਫੈਸਲਾ ਤੁਸੀਂ ਕਰੋਗੇ ਕਰਾਂਗੇ ਉਹੀ, ਕਰਾਂਗੇ ਅਸੀਂ ਅਲੱਗ। ਇਹ ਉਹ ਜਾਣਦੇ ਨੇ। ਉਹੀ ਮੰਤਰੀ ਤੁਹਾਨੂੰ ਮਿਲੇ ਬਾਅਦ ਵਿੱਚ, ਉਹੀ ਮੰਤਰੀ ਪੰਜਾਬ ਭਵਨ 'ਚ ਚੰਡੀਗੜ੍ਹ ਨੂੰ ਮਿਲਦੇ ਨੇ, ਉਹੀ ਗੱਲਬਾਤ? ਨਹੀਂ, ਇਹ ਉਹਨਾਂ ਨੂੰ ਪੁੱਛੋ, ਜ਼ਿਆਦਾ ਬਿਹਤਰ ਹੈ। ਮੈਂ ਉਹਦੇ ਤੇ ਕੋਈ ਕਮੈਂਟ ਨਹੀਂ ਕਰਨਾ। ਪਰ ਇਹ ਹੈਗਾ ਜ਼ਰੂਰ ਵੀ ਸਾਡੇ 'ਚ ਉਹ ਹਮੇਸ਼ਾ ਮੀਟਿੰਗਾਂ 'ਚ ਆਉਂਦੇ ਰਹੇ। ਇੱਕ ਮੀਟਿੰਗ 'ਚ ਨਹੀਂ ਉਹ ਆਏ। ਉਹ ਉਦੋਂ ਤੱਕ ਉਹ ਕਹਿੰਦੇ ਰਹੇ ਵੀ ਅਸੀਂ ਤੁਹਾਡੇ ਨਾਲ, ਜੋ ਤੁਸੀਂ ਫੈਸਲਾ ਕਰੋਗੇ ਅਸੀਂ ਲਾਗੂ ਉਹੀ ਕਰਾਂਗੇ, ਪਰ ਅਸੀਂ ਕਰਾਂਗੇ ਆਪਣੀ ਮਰਜ਼ੀ ਨਾਲ, ਕਿੱਥੇ ਲਾਗੂ ਕਰਨਾ। ਤੇ ਜਿਸ ਤਰ੍ਹਾਂ ਪੰਜਾਬ 'ਚ ਹੁਣ ਚੱਲ ਰਿਹਾ ਐਜੀਟੇਸ਼ਨ, ਠੀਕ ਹੈ, ਲੱਗਦਾ ਸਹੀ ਟਰੈਕ ਤੇ ਹੋ ਜਾਂ ਹਾਲੇ ਹੋਰ ਵੱਡੀ ਮਜ਼ਬੂਤੀ ਦੇ ਨਾਲ ਲੜਨ ਦੀ ਲੋੜ ਪੈਣੀ ਹੈ? ਦੇਖੋ, ਬਹੁਤ ਹੀ ਮੈਂ ਸਮਝਦਾ ਇਸ ਵਾਰੀ ਜਿਸ ਤਰ੍ਹਾਂ ਲੋਕਾਂ ਤੋਂ ਹੁੰਗਾਰਾ ਮਿਲ ਰਿਹਾ ਹੈ, ਸੁਸਾਇਟੀ ਦਾ ਕੋਈ ਵਰਗ ਨਹੀਂ ਜਿਹੜਾ ਜਿਹਨੂੰ ਇਹ ਸਮਝ ਨਹੀਂ ਪਈ ਵੀ ਇਹ ਬਹੁਤ ਡੈਮੇਜਿੰਗ ਨੇ, ਔਰ ਸਾਰੇ ਪਾਸੇ ਸਾਨੂੰ ਸਾਥ ਮਿਲ ਰਿਹਾ। ਇਹ ਤੋਂ ਵੀ ਅਗਲੀ ਗੱਲ ਇਹ ਹੈ ਵੀ ਇਹਨੂੰ ਏਡੇ ਵੱਡੇ ਅੰਦੋਲਨ ਨੂੰ ਪੀਸਫੁਲ ਰੱਖਣਾ ਬਹੁਤ ਵੱਡੀ ਮੁਸ਼ਕਲ ਹੁੰਦੀ ਹੈ। ਸਾਡਾ ਸਾਰੇ ਸਭ ਤੋਂ ਵੱਧ ਜ਼ੋਰ ਇਸ ਗੱਲ ਤੇ ਲੱਗਿਆ ਵੀ ਇਹ ਜਿਹੜਾ ਅੰਦੋਲਨ ਹੈ ਪੀਸਫੁਲ ਰਹੇ। ਅਸੀਂ ਲੋਕਾਂ ਨੂੰ ਕਿਹਾ ਵੀ ਬੀਜੇਪੀ ਵਾਲੇ ਤੁਹਾਨੂੰ ਪ੍ਰਵੋਕ ਕਰਦੇ ਨੇ, ਤੁਸੀਂ ਪ੍ਰਵੋਕ ਨਹੀਂ ਹੋਣਾ, ਇਹੀ ਤੁਹਾਡਾ ਇਮਤਿਹਾਨ ਹੈ। ਤੁਸੀਂ ਜੇ ਇਹਨੂੰ ਪੀਸਫੁਲ ਰੱਖ ਜਾਂਦੇ ਹੋ ਤਾਂ ਤੁਹਾਨੂੰ ਕੋਈ ਨਹੀਂ ਮਾਰ ਸਕਦਾ। ਖਦਸ਼ੇ ਅੱਜ ਵੀ ਕੈਪਟਨ ਸਾਹਿਬ ਨੇ ਪ੍ਰਗਟਾਏ ਨੇ ਕਿ ਪੰਜਾਬ ਦਾ ਮਾਹੌਲ ਖਰਾਬ ਹੋ ਸਕਦਾ ਹੈ, ਪੰਜਾਬ ਦੇ ਵਿੱਚ ਸ਼ਾਂਤੀ ਪੈਦਾ ਹੋ ਸਕਦੀ ਹੈ, ਅਸੀਮਿਆਂ ਦਾ ਦੌਰ ਆ ਸਕਦਾ ਹੈ। ਚੀਨ ਤੇ ਪਾਕਿਸਤਾਨ ਪਹਿਲਾਂ ਹੀ ਸਾਡੇ ਖਿਲਾਫ ਨੇ, ਵਿਰੋਧੀ ਨਜ਼ਰ ਟਿਕਾਈ ਹੋਈ ਉਹਨਾਂ ਨੇ। ਇਹ ਸਾਰੀਆਂ ਪੋਲੀਟੀਕਲ ਉਹ ਕਰ ਸਕਦੇ ਆ। ਮੈਂ ਤਾਂ ਜਿੱਥੇ ਤੱਕ ਅੰਦੋਲਨ ਦਾ ਸਵਾਲ ਮੈਂ ਕਹਿ ਸਕਦਾ ਕਿ ਅਸੀਂ ਫੁੱਲ ਕਰਨੀ ਹੋੜਿਆ ਬਿਲਕੁਲ ਪੀਸਫੁਲ ਰਹੇ। ਇੱਕ ਜਿਹੜਾ ਲੱਗਿਆ ਅਸੀਂ ਉਹਨੂੰ ਕਲੈਮ ਕੀਤਾ, ਟਾਂਡੇ ਅਸ਼ਵਨੀ ਸ਼ਰਮਾ ਦੇ ਅਟੈਕ ਹੋਇਆ, ਪਰ ਤੁਸੀਂ ਹੈਰਾਨ ਹੋਵੋਗੇ ਵੀ ਜਲੰਧਰ ਚ ਉਹਨੂੰ ਕਰਨ ਨੇ 2000 ਬੰਦੇ ਨੇ ਘੇਰੀ ਰੱਖਿਆ 7 ਘੰਟੇ। ਜੇ ਅਸੀਂ ਕੁਝ ਕਹਿਣਾ ਹੁੰਦਾ ਉੱਥੇ ਕਹਿੰਦੇ। ਤੇ ਹੁਣ ਵੀ ਉਹ ਨਹੀਂ ਕਹਿੰਦਾ ਵੀ ਕਿਸਾਨਾਂ ਨੇ ਕੀ ਕਰਾਇਆ, ਉਹਦੇ ਵਿੱਚ ਇੱਕ ਗੱਡੀ ਸੀ, ਇਹ ਇੱਕ ਉਸ ਗੱਡੀ 'ਚ ਉਹਨਾਂ ਨੇ ਸ਼ੀਸ਼ੇ ਬਣਨੇ, ਉਹਨੂੰ ਨਹੀਂ ਆਏ। ਇਹਦਾ ਮਤਲਬ ਬੜਾ ਸਾਫ਼ ਹੈ ਵੀ ਡਰਾਮਾ ਕਰਨ ਵਾਸਤੇ ਸ਼ੀਸ਼ੇ ਬਣਾ ਕੇ ਕਰਦੇ, ਕਿਸਾਨ ਬਦਨਾਮ ਕਰਨ ਵਾਸਤੇ। ਰੋਜ਼ ਇਹਨਾਂ ਦਾ ਇੱਕ ਲੀਡਰ ਹੈ ਚੁੱਗ, ਉਹ ਕਹੀ ਜਾਂਦਾ ਹਰਜੀਤ ਵਾਲਾ। ਮੈਂ ਤਾਂ ਕਦੇ ਸੋਚਿਆ ਵੀ ਨਹੀਂ ਸੀ, ਮੇਰਾ ਮਿੱਤਰ ਹੈ ਵੀ ਉਹ ਵੀ ਇੰਨਾ ਪਿੱਛੇ ਨਹੀਂ ਹਟਾਂਗੇ ਅਸੀਂ, ਉਹ ਵੀ ਰੋਜ਼ ਧਮਕੀਆਂ ਦਿੰਦਾ। ਬਿਲਕੁਲ ਨਹੀਂ ਅਸੀਂ ਵਾਪਸ ਲੈਣੇ। ਕੱਲ ਕਹਿੰਦੇ ਨੇ ਸਾਨੂੰ ਜਾਣ ਬੁੱਝ ਕੇ ਕਰ ਰਹੇ ਨੇ, ਮਾਹੌਲ ਖਰਾਬ ਕਰਨ ਵਾਸਤੇ ਪ੍ਰਵੋਕ ਕਰ ਰਹੇ ਨੇ, ਪਰ ਅਸੀਂ ਉਹਨੇ ਜ਼ਿਆਦਾ ਚੌਕਸ ਹੋ ਜਾਂਦੇ ਹਾਂ। ਸੋ ਬਲਵੀਰ ਸਿੰਘ ਰਾਜੇਵਾਲ ਹੋਰਾਂ ਦੀ ਗੱਲਬਾਤ ਤੁਸੀਂ ਸੁਣੀ ਹੈ। ਉਹਨਾਂ ਦਾ ਕਹਿਣਾ ਹੈ ਕਿ ਬਹੁਤ ਵੱਡਾ ਹੁੰਗਾਰਾ ਪੰਜਾਬ ਦੇ ਵਿੱਚੋਂ ਮਿਲ ਰਿਹਾ ਹੈ, ਸਾਰੇ ਵਰਗਾਂ ਦੇ ਵੱਲੋਂ ਮਿਲ ਰਿਹਾ ਹੈ। ਅੱਗੇ ਵੀ ਇਸੇ ਤਰ੍ਹਾਂ ਇਸ ਸੰਘਰਸ਼ ਨੂੰ ਲੈ ਕੇ ਜਾਵਾਂਗੇ, ਪਰ ਹਾਲੇ ਕਹਿੰਦੇ ਆ ਕਿ ਹਜੇ ਸਿਰਫ ਸਟਾਰਟਿੰਗ ਹੈ। ਪੰਜਾਬ ਵਿਧਾਨ ਸਭਾ ਦੇ ਵਿੱਚ ਬਿੱਲ ਜਿਹੜੇ ਜ਼ਰੂਰ ਪਾਸ ਹੋਏ ਨੇ, ਪਰ ਦਿੱਲੀ ਤੱਕ ਲੜਾਈ ਜਿਹੜੀ ਉਹ ਲੜਨੀ ਪੈਣੀ ਹੈ। ਸੋ ਕਿਸਾਨ ਤਿਆਰ ਨੇ, ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ, ਐਜੀਟੇਸ਼ਨ ਜਾਰੀ ਹੈ। ਫਿਲਹਾਲ ਕੈਮਰਾਮੈਨ ਦੇਸਰਾਜ ਦੇ ਨਾਲ ਰਣਬੀਰ ਸਿੰਘ ਰਾਣਾ।